ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਕੋਈ ਰਿਸ਼ਤੇ ਨਿਭਾਉਣੇ ਸਿੱਖੇ ਕੈਪਟਨ ਅਮਰਿੰਦਰ ਸਿੰਘ ਤੋਂ। ਪੰਜਾਬ ਦੇ ਵਕੀਲਾਂ ਦੀ ਟੀਮ ਹਾਈ ਕੋਰਟ 'ਚ ਬਾਰ-ਬਾਰ ਸ਼ਿਕਸਤ ਖਾ ਕੇ ਮੁੜਦੀ ਰਹੀ, ਲੇਕਿਨ ਸਵਾਲ ਆ ਕਦੇ ਸਵਾਲ ਵੀ ਉਠਾਇਆ ਹੋਵੇ। ਤੇ ਦੂਜੇ ਬੰਨੇ ਸਦਕੇ ਜਾਵਾਂ ਮੈਂ ਸਾਡੇ ਪੋਲੀਟੀਸ਼ੀਅਨਸ ਦੀ ਢੀਠਤਾਈ ਦੇ, ਪਿਓ ਦੇ ਪੁੱਤਾਂ ਨੇ ਜੈਨੂਅਨ ਕੇਸਿਸ ਨੂੰ ਵੀ ਵੰਡੈਟਾ ਪੋਲਿਟਿਕਸ ਵਰਗੇ ਬਣਾਤਾ, ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲਾ ਲਾ ਕੇ। ਤੇ ਫਿਰ ਮੌਕੇ ਤਾਂ ਮਿਲਣੇ ਹੀ ਸੀਗੇ, ਅਗਲਿਆਂ ਕੋਲ ਪਲੀ ਵੀ ਆਉਣੀ ਸੀਗੀ ਕਿ ਇਹ ਤਾਂ ਬਦਲੇ ਦੀ ਕਾਰਵਾਈ ਹੈ। ਮੈਂ ਸਮੇਤ ਸਿੰਘ ਸੈਣੀ ਦੇ ਮਾਮਲੇ 'ਚ ਮਾਣਯੋਗ ਉੱਚ ਅਦਾਲਤ ਦੇ ਆਏ ਫੈਸਲੇ ਦੇ ਸੰਦਰਭ 'ਚ ਗੱਲ ਕਰ ਰਿਹਾ। ਹਾਲਾਂਕਿ ਅਸੀਂ ਕੋਰਟਾਂ ਦੇ ਫੈਸਲਿਆਂ ਨੂੰ ਸਿਰ ਮੱਥੇ ਮੰਨਦੇ ਹਾਂ ਤੇ ਅਸੀਂ ਉਹਨਾਂ ਤੇ ਟਿੱਪਣੀ ਕਰਨ ਦਾ ਹੱਕ ਨਹੀਂ ਰੱਖਦੇ, ਲੇਕਿਨ ਸਰਕਾਰਾਂ ਦੀ ਅਪਰੋਚ ਦੇ ਉੱਤੇ ਗੱਲ ਕੀਤੇ ਬਿਨਾਂ ਪਾਸਿਓਂ ਦੀ ਲੰਘ ਨਹੀਂ ਹੋਣਾ। ਦੂਜਾ ਸਵਾਲ, ਦਿੱਲੀ ਗਏ ਭਗਵੰਤ ਮਾਨ ਲੈ ਕੇ ਕੁਝ ਮੁੜੇ ਕਿ ਨਹੀਂ ਮੁੜੇ ਮੈਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਹੋਊ। ਪਰ ਕੇਜਰੀਵਾਲ ਸਾਹਿਬ ਨੇ ਜਿਹੜਾ ਆਪਣਾ ਇੱਕ ਵੀਡੀਓ ਜਾਰੀ ਕਰਤਾ ਹੈ ਕਿ ਪਾਰਟੀ 'ਚ ਜਿੰਨੇ ਰਹਿਣਾ ਉਹ ਅਹੁਦਿਆਂ ਦੀ ਲਾਲਸਾ ਨਾ ਰੱਖੇ, ਮੈਨੂੰ ਉਹੀ ਗੱਲ ਲੱਗਦੀ ਆ ਅਖੇ ਸੁਣਾਉਣਾ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ। ਤੇ ਕਰਨਾਲ ਦੇ ਵਿੱਚ ਕਿਸਾਨਾਂ ਨੂੰ ਪ੍ਰਾਪਤੀ ਹੋਈ ਆ, ਹਾਲਾਂਕਿ ਬਹੁਤ ਵੱਡੀ ਸਜ਼ਾ ਫਿਲਹਾਲ ਉਸ ਅਫਸਰ ਨੂੰ ਨਹੀਂ ਲੱਗੀ, ਲੇਕਿਨ ਕਿਸਾਨੀ ਮਸਲਾ ਹੱਲ ਹੁੰਦਾ ਨਜ਼ਰ ਆਇਆ ਉੱਥੇ। ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਕੇਸ ਵੱਲ ਲੈ ਕੇ ਜਾਣਾ ਜਿੱਥੇ ਪੰਜਾਬ ਸਰਕਾਰ ਨੂੰ ਲੈ ਕੇ ਗੱਲ ਕਟਹਿਰੇ 'ਚ ਖੜ ਗਈ। ਚਲੋ ਇਹਨੂੰ ਦੂਜੇ ਨੰਬਰ ਤੇ ਰੱਖਦੇ ਆਪਾਂ, ਪਹਿਲਾਂ ਭਗਵੰਤ ਮਾਨ ਵਾਲੀ ਗੱਲ ਕਰੀਏ। ਸਰਦਾਰ ਗਿਆ ਸੀ ਦਿੱਲੀ ਨੂੰ, ਬਰੰਗ ਕਿਉਂ ਮੋੜਤਾ ਬਗਾਨਿਆਂ ਕਿ ਆਪਣਿਆਂ ਨੇ? ਦੱਸਿਓ ਕਿੱਦਾਂ ਦੀ ਸਿਆਸਤ ਹੈ। ਦੇਖੋ ਰੰਧਾਵਾ ਜੀ, ਪਿਛਲੇ ਹਫ਼ਤੇ ਤੁਸੀਂ ਲਗਾਤਾਰ ਦੇਖਿਆ ਹੋਏਗਾ, ਪਹਿਲੇ ਭਗਵੰਤ ਮਾਨ ਦੇ ਘਰ ਦੇ ਬਾਹਰ ਉਹਨਾਂ ਦੇ ਸੋ ਕਾਲਡ ਸਪੋਰਟਰਾਂ ਦਾ ਇਕੱਠੇ ਹੋਣਾ, ਮੰਗ ਕਰਨਾ ਸਾਡੇ ਸਰਦਾਰ ਨੂੰ ਸੀਐਮ ਵਜੋਂ ਪ੍ਰੋਜੈਕਟ ਕਰੋ। ਇੱਥੇ ਤੱਕ ਕਿ ਇੱਕ ਸ਼ੋਰਟ ਨਾਰਾ ਤੱਕ ਦਿੱਤਾ ਗਿਆ, BM ਫੋਰ ਸੀਐਮ, ਯਾਨੀ ਭਗਵੰਤ ਮਾਨ ਫੋਰ ਚੀਫ ਮਿਨਿਸਟਰ। ਭਗਵੰਤ ਮਾਨ ਨੇ ਆਪ ਆਪਣੇ ਮੂੰਹੋਂ ਇਸ ਗੱਲ ਦੀ ਮੰਗ ਰੱਖੀ, ਦਿੱਲੀ ਵੱਲ ਗੱਡੀ ਮੋੜ ਲਈ। ਦਿੱਲੀ ਜਾ ਕੇ ਉਮੀਦ ਸੀਗੀ ਕਿ ਸ਼ਾਇਦ ਕੇਜਰੀਵਾਲ ਨਾਲ ਕੋਈ ਗੱਲ ਬਣ ਜੂਗੀ ਔਰ ਕੇਜਰੀਵਾਲ ਨੂੰ ਰਾਜਨੀਤਿਕ ਸਥਿਤੀ ਤੋਂ ਜਾਣੂ ਕਰਾ ਕੇ ਆਪਣਾ ਕਲੇਮ ਹੋਰ ਸਟਰੈਂਥਨ ਕਰਨਗੇ ਭਗਵੰਤ ਮਾਨ। ਪਰ ਕੇਜਰੀਵਾਲ ਫਿਰ ਕੇਜਰੀਵਾਲ ਹੀ ਹੈ। ਉਹਨਾਂ ਨੇ ਵੀ ਅੱਜ ਇੱਕ ਵੀਡੀਓ ਛੱਡ ਕੇ, ਵੀਡੀਓ 9 ਮਿੰਟ ਦੀ ਵੀਡੀਓ ਹੈਗੀ ਹੈ, ਉਹਦੇ ਵਿੱਚ ਉਹ ਗੱਲ ਸ਼ੁਰੂ ਕਰਦੇ ਆ ਕਿ ਵੀ ਸਾਡੀ ਆਮ ਆਦਮੀ ਪਾਰਟੀ ਇੱਕ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਹੈ। ਇਹਦੇ ਵਿੱਚ ਜਿਸ ਵੀ ਵਿਅਕਤੀ ਨੂੰ ਜਾਂ ਜਿਸ ਵੀ ਸਾਡੇ ਪਾਰਟੀ ਵਰਕਰ ਨੂੰ, ਲੀਡਰ ਨੂੰ ਅਗਰ ਇਹ ਲੱਗਦਾ ਹੈ ਕਿ ਉਹਨੂੰ ਕੋਈ ਪਦ ਚਾਹੀਦਾ ਹੈ ਤੇ ਉਹ ਭੁੱਲ ਜਾਏ। ਹੋਣਾ ਇਹ ਚਾਹੀਦਾ ਹੈ ਕਿ ਅਗਰ ਤੁਸੀਂ ਕੰਮ ਹੀ ਇੰਨਾ ਵਧੀਆ ਕਰੋ ਤੇ ਅਸੀਂ ਖੁਦ ਆ ਕੇ, ਯਾਨੀ ਆਪਣੀ ਗੱਲ ਉਹ ਕਰਦੇ ਨੇ ਕਿ ਮੈਂ ਖੁਦ ਆ ਕੇ ਉਹਨਾਂ ਨੂੰ ਕਹੂੰਗਾ ਤੁਸੀਂ ਇਹ ਪਦ ਲਓ ਤੇ ਸੇਵਾ ਹੋਰ ਕਰੋ। ਇਸ਼ਾਰਾ ਤੇ ਭਗਵੰਤ ਮਾਨ ਵੱਲ ਸੀਗਾ, ਪਰ ਨਾ ਉਹਦਾ ਉਸ ਸਟੇਟਮੈਂਟ ਦੇ ਵਿੱਚ ਨਹੀਂ ਸੀਗਾ। ਹੁਣ ਇਹ ਸਟੇਟਮੈਂਟ ਦੇਣ ਦੀ ਗੱਲ ਕਿਉਂ ਆਈ? ਤੁਹਾਨੂੰ ਯਾਦ ਹੋਏਗਾ ਰਾਹੁਲ ਗਾਂਧੀ ਉਹਨਾਂ ਨੇ ਵੀ ਇੱਕ ਸਟੇਟਮੈਂਟ ਛੱਡੀ ਸੀਗੀ ਜਿਹਦਾ ਕੋਈ ਪਿਛੋਕੜ ਨਹੀਂ ਸੀਗਾ ਕਿ ਯਾਨੀ ਕਿਉਂ ਉਹਨਾਂ ਨੇ ਇਹ ਛੱਡੀ, ਉਹਦਾ ਕੋਈ ਮਤਲਬ ਸਮਝ ਨਹੀਂ ਆ ਰਿਹਾ ਸੀਗਾ। ਪਰ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਜਿੰਨੇ ਪਾਰਟੀ ਛੱਡਣੀ ਹੈ ਛੱਡ ਦੇ, ਜਿਹੜਾ RSS ਦੇ ਨਾਲ ਗਾਡੀਆਂ ਪਾਉਂਦਾ ਹੈ ਜਾਂ ਡਰਦਾ ਹੈ ਉਹ ਬਿਹਤਰ ਹੈਗਾ ਕਿ ਉਹ ਪਾਰਟੀ ਛੱਡ ਜਾਏ। ਔਰ ਉਸ ਟਾਈਮ ਸਿੱਧੂ ਬਨਾਮ ਕੈਪਟਨ ਦੀ ਲੜਾਈ ਚੱਲਦੀ ਸੀ ਤੇ ਸਾਰਿਆਂ ਨੇ ਪੂਰਾ ਅੰਦਾਜ਼ਾ ਲਾ ਲਿਆ ਸੀਗਾ ਵੀ ਇਹ ਗੱਲ ਕੈਪਟਨ ਵਾਸਤੇ ਕਹੀ ਹੈ। ਅੱਜ ਵੀ ਅਰਵਿੰਦ ਕੇਜਰੀਵਾਲ ਉਹਨਾਂ ਇਹ ਗੱਲ ਕਹਿ ਰਹੇ ਸੀਗੇ ਤੇ ਇਸ਼ਾਰਾ, ਕਿਉਂਕਿ ਹਰ ਪੰਜਾਬੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਭਗਵੰਤ ਮਾਨ ਉਹਨਾਂ ਨੇ ਪੱਗ ਬੰਨ੍ਹ ਲਈ ਹੈ, ਬਸ ਸਿਹਰੇ ਦੀ ਗੱਲ ਰਹਿ ਗਈ ਸੀਗੀ ਔਰ ਸਿਹਰੇ ਵਾਸਤੇ ਉਹ ਦਿੱਲੀ ਗਏ ਸੀਗੇ। ਦਿੱਲੀ ਤੋਂ ਇਹ ਵੀਡੀਓ ਭਗਵੰਤ ਮਾਨ ਵਾਸਤੇ ਜਾਂ ਭਗਵੰਤ ਮਾਨ ਵਰਗੇ ਹੋਰ ਲੀਡਰ, ਕਿਉਂਕਿ ਪਾਰਟੀ ਦੇ ਵਿੱਚ ਟਿਕਟ ਦੀ ਚਾਹ ਵਾਲੇ ਬਹੁਤ ਸਾਰੇ ਬੰਦੇ ਹੁੰਦੇ ਆ ਔਰ ਕਈ ਵਾਰ ਉਹ ਆਪਣੇ ਕੱਦ ਨੂੰ ਇੰਨਾ ਕੁ ਵੱਡਾ ਸਮਝਦੇ ਨੇ ਕਿ ਜੇ ਮੈਨੂੰ ਟਿਕਟ ਨਹੀਂ ਮਿਲੀ ਤੇ ਮੈਂ ਪਾਰਟੀ ਦੀ ਐਸੀ ਤੈਸੀ ਕਰ ਦੂੰਗਾ। ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਲਾਇਆ ਕਿ ਅਗਰ ਤੁਸੀਂ ਕਿਸੇ ਪੋਸਟ ਦੀ ਜਾਂ ਕੋਈ CM ਵਜੋਂ ਤੁਸੀਂ ਪ੍ਰੋਜੈਕਟ ਹੋਣ ਦੀ ਗੱਲ ਆਪ ਕਰਦੇ ਹੋ ਤੇ ਭੁੱਲ ਜਾਓ ਤੁਹਾਨੂੰ ਕੁਝ ਮਿਲੇਗਾ। ਬਲਕਿ ਕੰਮ ਅਗਰ ਤੁਸੀਂ 8 ਘੰਟੇ ਕਰਦੇ ਹੋ ਤੇ 10 ਘੰਟੇ ਕਰੋ, 12 ਘੰਟੇ ਕਰੋ, ਤਾਂ ਕਿ ਸਾਡੀ ਨਜ਼ਰ ਜਾਂ ਪਾਰਟੀ ਹਾਈ ਕਮਾਂਡ ਦੀ ਨਜ਼ਰ ਤੁਹਾਡੇ ਉੱਤੇ ਆਪੇ ਹੀ ਪੈ ਜਾਏ ਔਰ ਤੁਹਾਨੂੰ ਘਰ ਆ ਕੇ ਕਿਹਾ ਜਾਏ ਕਿ ਬਈ ਤੁਸੀਂ ਇਸ ਪੋਸਟ ਵਾਸਤੇ ਕੰਮ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਇਹ ਪੋਸਟ ਮਿਲ ਜਾਏ। ਜਦ ਇਹ ਗੱਲ ਕਹਿ ਰਹੇ ਹੁੰਦੇ ਨੇ ਤੇ ਖਾਸ ਕਰਕੇ ਭਗਤ ਸਿੰਘ ਉਹਨਾਂ ਦਾ ਨਾਂ ਲੈਂਦੇ ਨੇ ਔਰ
ਬਾਬਾ ਭੀਮ ਰਾਓ ਅੰਬੇਡਕਰ ਉਹਨਾਂ ਦਾ ਨਾਂ ਲੈਂਦੇ ਨੇ, ਉਹਨਾਂ ਦੇ ਕੀਤੇ ਹੋਏ ਸੈਕਰੀਫਾਈਸਿਸ ਦੀ ਗੱਲ ਕਰਦੇ ਨੇ। ਮੈਂ ਭਾਸਕਰ ਸਾਹਿਬ ਇਹਦੇ ਚ ਇੱਕ ਗੱਲ ਐਡ ਕਰਨਾ ਚਾਹੂੰਗਾ ਤੁਹਾਡੀ ਇਜਾਜ਼ਤ ਨਾਲ। ਅਰਸੇ ਬਾਅਦ ਕੇਜਰੀਵਾਲ ਨੂੰ ਅੰਨਾ ਯਾਦ ਆਏ। ਅੰਨਾ, ਉਹ ਕਹਿੰਦੇ ਅੰਨਾ ਜੀ ਕਹਿੰਦੇ ਹੁੰਦੇ ਸੀਗੇ ਕਿ ਰਵਾਇਤੀ ਜਿਹੜੀਆਂ ਸਿਆਸਤਾਂ ਨੇ ਉਹ ਸੱਤਾ ਤੋਂ ਪੈਸਾ, ਪੈਸੇ ਤੋਂ ਸੱਤਾ, ਸੱਤਾ ਤੋਂ ਪੈਸਾ, ਇਸ ਗੇੜ 'ਚ ਘੁੰਮਦੀਆਂ ਤੇ ਅਸੀਂ ਉਸ ਗੇੜ ਦੇ ਲਾਗੋਂ ਦੀ ਨਹੀਂ ਲੰਘਣਾ। ਤੁਸੀਂ ਸਾਡਾ ਕਾਰਜ ਢੰਗ ਵੇਖ ਹੀ ਲਿਆ, ਅਸੀਂ ਸੇਵਾ ਲਈ ਆਏ ਆ, ਸੇਵਾ 'ਚ ਹੀ ਰਹਿਣਾ। ਹੁਣ ਕੇਜਰੀਵਾਲ ਸਾਹਿਬ ਦੀ ਕਹਿਣੀ, ਕਰਨੀ, ਕਥਨੀ ਇਹਦੇ 'ਚ ਕਿੰਨੀ ਕੁ ਸਮਾਨਤਾ, ਇਹ ਤਾਂ ਚਲੋ ਪੰਜਾਬ 'ਚ ਅਜੇ ਦੇਖਿਆ ਪਰਖਿਆ ਨਹੀਂ ਗਿਆ, ਲੇਕਿਨ ਫੈਸਲੇ ਉਹਨਾਂ ਦੇ ਆਪ ਉਧਰੇ ਜ਼ਰੂਰ ਰਹੇ ਆ। ਉਹਨਾਂ 'ਚ ਤਾਨਾਸ਼ਾਹੀ ਨਜ਼ਰੀਆ ਨਜ਼ਰ ਆਉਂਦਾ ਰਿਹਾ। ਐਤਕੀ ਵੀ ਅਜੇ ਤੱਕ ਉਹਨਾਂ ਨੇ ਪੰਜਾਬ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ। ਹਾਲਾਂਕਿ ਇਹ ਕਨਸੋ ਸੀ ਕਿ ਭਗਵੰਤ ਮਾਨ ਤਾਂ ਇਸ ਗੱਲ ਨੂੰ ਸਹਿਮਤ ਹੋਣ ਲਈ ਤਿਆਰ ਨੇ ਕਿ ਜੇ ਮੈਂ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਆਪ ਹੋਣ। ਉਧਰ ਰਾਜੇਵਾਲ ਸਾਹਿਬ ਨੇ ਨਾ ਨੁੱਕਰ ਬੜੀ ਵਾਰੀ ਕੀਤੀ ਆ, ਲੇਕਿਨ ਬਾਡੀ ਲੈਂਗੁਏਜ ਐਂ ਦੱਸਦੀ ਆ ਕਿ ਆਉਂਦੀ ਦਿਨੀ ਉਹ ਚਿਹਰਾ ਤਾਂ ਹੋ ਹੀ ਜਾਣਗੇ। ਮੈਂ ਸਵੇਰੇ ਅੱਜ ਗੱਲ ਕੀਤੀ ਸੀ ਭਾਸਕਰ ਸਾਹਿਬ ਕਿ ਨੱਚਣਾ ਤਾਂ ਹੈ ਪਰ ਘੁੰਡ ਕੱਢ ਕੇ। ਮੈਨੂੰ ਇੰਜ ਲੱਗਦਾ ਕਿ ਆਉਂਦੇ ਦਿਨਾਂ 'ਚ ਇਹ ਪੋਲਿਟਿਕਸ ਜਿਹੜੀ ਆਮ ਆਦਮੀ ਪਾਰਟੀ ਦੀ ਆ, ਇਹ ਚਿਹਰਿਆਂ ਦੀ ਖੋਜ ਵਿੱਚ ਅੱਗੇ ਵਧੂਗੀ, ਪਰ ਅਲਟੀਮੇਟ ਜਿਹੜਾ ਉਹ ਰਾਜਨੀਤੀ ਦਾ ਇੱਕ ਵੱਡਾ ਜਿਹਾ ਸੁਪਨਾ ਹੁੰਦਾ ਹੈ ਕਿ ਇੱਕ ਫੁੱਲ ਫਲੈਜ ਸਟੇਟ ਹੋਵੇ, ਉਹਦਾ ਤਾਜ ਹੋਵੇ ਮੁੱਖ ਮੰਤਰੀ ਵਾਲਾ, ਤੇ ਉਹ ਕੇਜਰੀਵਾਲ ਸਾਹਿਬ ਤੋਂ ਵੀ ਅਜੇ ਦੂਰ ਆ। ਕੇਜਰੀਵਾਲ ਸਾਹਿਬ ਇੰਡੀਪੈਂਡੈਂਟਲੀ ਇੱਕ ਸਟੇਟ ਚਲਾਉਣਗੇ, ਉਹ ਚਲਾਉਣਾ ਚਾਹਣਗੇ, ਫਿਰ ਉਹ ਕੰਮ ਕਰਕੇ ਵਿਖਾਉਣਗੇ ਪੂਰੇ ਦੇਸ਼ ਵਿੱਚ ਕਿ ਅਜੇ ਮੇਰੀ ਉਮਰ ਹੀ ਕੀ ਆ, ਮੇਰਾ ਤਾਂ ਹੱਕ ਬਣਦਾ ਪ੍ਰਧਾਨ ਮੰਤਰੀ ਦਾ। ਮੈਂ ਉਸ ਬਹੁ ਗਿਣਤੀ ਚੋਂ ਆਉਣਾ ਹੈ ਜਿਹੜੀ ਬਹੁ ਗਿਣਤੀ ਨੂੰ ਰਾਜ ਕਰਨ ਦੇ ਅਖਤਿਆਰਾਤ ਆ, ਉਹਦੇ ਚੋਂ ਭਾਵੇਂ RSS ਹੋਵੇ ਜਾਂ ਕੋਈ ਵੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਖੈਰ, ਆ ਜਿਹੜੀ ਉਹਨਾਂ ਦੀ ਅੱਜ ਦੀ ਸਟੇਟਮੈਂਟ, ਇਹਦੇ ਨਾਲ ਭਗਵੰਤ ਮਾਨ ਜੀ ਠੰਡੇ ਠੰਡੇ ਜੇ ਹੋ ਗਏ ਹੋਣਗੇ ਜਾਂ ਫਿਰ ਅਜੇ ਵੀ ਕੋਈ ਆਸ ਉਮੀਦ ਬਚਦੀ ਹੋਊਗੀ। ਛੇਤੀ ਨਾਲ ਕਾਲੀ ਨਾਲ ਫਿਰ ਤੁਰਦੇ ਆ ਸਮੇਤ ਸਿੰਘ ਸੈਣੀ ਨੂੰ ਮਿਲੀ ਖੁੱਲੀ ਰਾਤ ਵੱਲ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਿਸ ਉਮੀਦ ਨਾਲ ਭਗਵੰਤ ਮਾਨ ਉਹਨਾਂ ਗਏ ਸੀਗੇ ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਬਈ ਪੰਜਾਬ ਦੇ ਵਿੱਚ ਉਹਨਾਂ ਤੋਂ ਵੱਡਾ ਲੀਡਰ ਕੋਈ ਹੈ ਨਹੀਂ, 2 ਵਾਰ MP ਬਣੇ ਔਰ ਪੰਜਾਬ ਦੇ ਪ੍ਰਧਾਨ ਵਜੋਂ ਉਹਨਾਂ ਨੇ ਇਸ ਪਾਰਟੀ ਨੂੰ ਖੜਾ ਨਾ ਕੇਵਲ ਖੜਾ ਕੀਤਾ ਹੈ, ਬਲਕਿ ਅੱਜ ਪਾਰਟੀ ਦਾ ਕੁਝ ਆਧਾਰ ਪੰਜਾਬ ਦੇ ਵਿੱਚ ਹੈਗਾ ਤੇ ਸ਼ਾਇਦ ਉਹਦੀ ਵਜ੍ਹਾ ਉਹੀ ਹੈਗੇ ਨੇ। ਕਿਸੇ ਦੇ ਅੰਦਰ ਵੀ ਇਹ ਗੱਲ ਆ ਸਕਦੀ ਹੈ। ਮਿਹਨਤ ਵੀ ਉਹਨਾਂ ਨੇ ਬਹੁਤ ਕੀਤੀ ਹੈ। ਪਾਰਟੀ ਦੇ 2 ਵਾਰ MP ਬਣ ਕੇ ਉਹਨਾਂ ਨੇ ਪਾਰਟੀ ਨੂੰ ਰਾਜਨੀਤਿਕ ਤੌਰ ਤੇ, ਖਾਸ ਕਰਕੇ ਲੋਕ ਸਭਾ ਦੀ ਰਾਜਨੀਤੀ ਹੁੰਦੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਖੜਾ ਰੱਖਿਆ, ਪਾਰਟੀ ਨੂੰ ਖੜਾ ਰੱਖਿਆ, ਜਿੱਤ ਹਾਸਿਲ ਕੀਤੀ ਤੇ ਪਾਰਲੀਮੈਂਟ ਦੇ ਵਿੱਚ ਸਿਰਫ ਇੱਕ ਮੈਂਬਰ ਵਜੋਂ ਲੋਕ ਸਭਾ ਦੇ ਉਹ ਅੱਜ ਪਾਰਟੀ ਦੇ ਵਿੱਚ ਬੋਲਦੇ ਨੇ। ਔਰ ਜਦ ਉਹ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਰੱਖਦੇ ਨੇ, ਉਹ ਵੀ ਬੜੇ ਇੰਟਰਸਟਿੰਗ ਹੁੰਦੇ ਨੇ। ਭਾਵੇਂ ਕੁਝ ਲੋਕ ਹੱਸਦੇ ਨੇ ਉਹਨਾਂ ਦੀ ਗੱਲਾਂ ਦੇ ਉੱਤੇ, ਉਹ ਗੱਲ ਭੁੱਲ ਜਾਓ, ਪਰ ਪੰਜਾਬੀ ਉਹਨਾਂ ਦੀ ਰੱਖੀ ਹੋਈ ਗੱਲਾਂ ਦੀ ਬੜੀ ਰਿਸਪੈਕਟ ਕਰਦੇ ਨੇ ਔਰ ਵਾਕਈ ਉਹ ਬੜੀ ਕਲਾਕਾਰੀ ਨਾਲ, ਬੜੇ ਪੁਰਜੋਰ ਤਰੀਕੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੋਕ ਸਭਾ ਦੇ ਵਿੱਚ ਰੱਖਦੇ ਨੇ। ਪਰ ਜਦ ਕਦੀ ਤੁਹਾਡੇ ਅੰਦਰ ਇੱਛਾ ਵੱਡੀ ਹੋ ਜਾਂਦੀ ਹੈ, ਯਾਨੀ ਤੁਹਾਨੂੰ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝਣ ਦੀ ਗੱਲ ਆ ਜਾਂਦੀ ਹੈ, ਜਿਹੜੀ ਗੱਲ ਦੀ ਰੈਫਰ ਕੇਜਰੀਵਾਲ ਉਹਨਾਂ ਨੇ ਵੀ ਕੀਤਾ ਹੈ ਕਿ ਕੋਈ ਵਿਅਕਤੀ ਅਗਰ ਇਹ ਸਮਝਦਾ ਹੈ ਕਿ ਪਾਰਟੀ ਦੇ ਵਿੱਚ ਮੈਂ ਪਦ ਲੈਣ ਵਾਸਤੇ ਜਾਂ ਪਦ ਲੈ ਕੇ ਹੀ ਕੰਮ ਕਰੂੰਗਾ, ਤੇ ਫਿਰ ਉਹ ਭੁੱਲ ਜਾਏ ਐਦਾਂ ਦੇ ਵਿਅਕਤੀਆਂ ਦੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਔਰ ਭਾਸਕਰ ਸਾਹਿਬ ਕੇਜਰੀਵਾਲ ਬੜੇ ਘਾਗ ਰਾਜਨੇਤਾ ਹੋ ਗਏ। ਹੁਣ ਉਹਨਾਂ ਨੇ ਸੁੰਘ ਲਿਆ, ਸਮੈਲ ਕਰ ਲਿਆ ਤੇ ਭਾਂਪ ਲਿਆ ਕਿ ਹੁਣ ਭਗਵੰਤ ਮਾਨ ਲਈ ਪੰਜਾਬ 'ਚ ਦੂਜੀ ਸਪੇਸ ਨਹੀਂ ਬਚੀ। ਭਗਵੰਤ ਮਾਨ ਲਈ ਕੋਈ ਹੋਰ ਪਲੇਟਫਾਰਮ ਇਸ ਪੱਧਰ ਦਾ ਨਹੀਂਗਾ ਬਚਿਆ। ਇਹ ਤਾਂ ਉਹੀ ਹੁੰਦਾ ਕਿ ਜੇਕਰ ਕਰੋਗੇ ਕਹਿੰਦੇ ਨਹੀਂ ਕਰਦੇ, ਕਹਿੰਦੇ ਚਲੋ ਉਸੇ ਤਨਖਾਹ ਤੇ ਸਹੀ। ਮੈਨੂੰ ਇੰਝ ਲੱਗਦਾ ਕਿ ਕੇਜਰੀਵਾਲ ਨੂੰ ਪਤਾ ਹੈ ਕਿ ਭਗਵੰਤ ਮਾਨ ਲਈ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰ ਕੋਈ ਬਹੁਤ ਵੱਡਾ ਪਲੇਟਫਾਰਮ ਤਿਆਰ ਨਹੀਂਗਾ। ਹਾਂ, ਭਗਵੰਤ ਮਾਨ ਨੂੰ ਕੋਈ ਵੀ ਪਾਰਟੀ ਇੱਕ MP ਸੰਗਰੂਰ ਜਾਂ ਕਿਸੇ ਹੋਰ ਹਲਕੇ ਤੋਂ ਲੜਾਉਣ ਲਈ ਜ਼ਰੂਰ ਲੈ ਸਕਦੀ ਹੈ, ਲੇਕਿਨ ਅਜੇ ਉਹ ਸਥਿਤੀ ਨਹੀਂ ਆਈ। ਤੇ ਕੇਜਰੀਵਾਲ ਨੂੰ ਪਤਾ ਹੈ ਕਿ ਭਗਵੰਤ ਮਾਨ ਬਹੁਤ ਵੱਡੀ ਪੋਜੀਸ਼ਨ 'ਚ ਪੰਜਾਬ 'ਚ ਹੈ, ਦੂਜੀ ਕੋਈ ਖਾਲੀ ਹੈ ਨਹੀਂ ਕਿਸੇ ਕੋਲ। ਮੈਂ ਮੁੜ ਕੇ ਆਵਾਂ, ਪੰਜਾਬ ਸਰਕਾਰ ਦੀ ਬਾਰ-ਬਾਰ ਕਿਰਕਰੀ ਅਦਾਲਤੀ ਕੇਸਾਂ 'ਚ ਹੋਈ। ਅਦਾਲਤਾਂ ਦੇ ਆਪਣੇ ਅਖਤਿਆਰਾਤ ਨੇ, ਅਦਾਲਤਾਂ ਦੇ ਆਪਣੇ ਹੱਕ ਹਕੂਕ ਆ, ਉਹਨਾਂ ਦੀ ਆਪਣੀ ਜੁਰਿਡਿਕਸ਼ਨ ਆ। ਉਹ ਜੋ ਵੀ ਫੈਸਲੇ ਦਿੰਦੇ ਆ ਕਾਨੂੰਨੀ ਨੁਕਤਾ ਨਿਗਾਹ ਤੋਂ ਹੁੰਦੇ ਆ, ਉੱਥੇ ਕੋਈ ਟਿੱਪਣੀ ਨਹੀਂ, ਨਾ ਮਤਲਬ ਹੈ ਨਾ ਹੋ ਹੀ ਸਕਦਾ ਹੈ। ਅਸੀਂ ਭਾਰਤੀ ਕਾਨੂੰਨ ਵਿਵਸਥਾ 'ਚ ਪੂਰਾ ਵਿਸ਼ਵਾਸ ਰੱਖਦੇ ਹਾਂ ਤੇ ਉਹਦਾ ਆਦਰ ਕਰਦੇ ਹਾਂ। ਪਰ ਜਿਸ ਪੱਧਰ ਦੇ ਉੱਤੇ ਅਦਾਲਤਾਂ 'ਚ ਪੰਜਾਬ ਸਰਕਾਰ ਨੂੰ ਬਾਰ-ਬਾਰ ਮੂੰਹ ਦੀ ਖਾਣੀ ਪਈ, ਉਹਦੇ ਉੱਤੇ ਕੁਝ ਸ਼ੰਕੇ, ਕੁਝ ਸਵਾਲ ਖੜੇ ਹੁੰਦੇ ਆ।
ਅੱਜ ਜੇਕਰ ਅਸੀਂ ਬੀਤੇ ਦਿਨ ਦੇ ਵਿੱਚ ਆਏ ਉਸ ਫੈਸਲੇ ਦੀ ਗੱਲ ਕਰੀਏ ਸੁਮੇਧ ਸਿੰਘ ਸੈਣੀ ਦੀ, ਸਟੇਟ ਦੀ ਹਾਲਤ ਪਾਣੀਓਂ ਪਤਲੀ ਹੋ ਗਈ। ਸਟੇਟ ਦੀ ਹਾਲਤ ਐਸੀ ਹੋ ਗਈ ਕਿ ਹਰ ਜਗ੍ਹਾ ਕਟਹਿਰੇ 'ਚ ਰਾਜ ਖੜਾ। ਉਹ ਰਾਜ, ਉਹ ਸਟੇਟ, ਉਹ ਪੰਜਾਬ ਸਰਕਾਰ ਜਿਹਨੇ ਦੂਜਿਆਂ ਤੇ ਕੇਸ ਕਰਨੇ ਹੁੰਦੇ, ਅਕਸਰ ਆਵਾਜ਼ ਪੈਂਦੀ ਆ ਸਟੇਟ ਬਨਾਮ ਫਲਾਣਾ, ਇਹੀ ਆਉਂਦੀ ਆ ਨਾ ਜੀ। ਉਹ ਸਟੇਟ ਕਟਹਿਰੇ 'ਚ ਖੜੀ ਹੋ ਗਈ। ਕੇਸ ਕਰਨ ਵਾਲੀ ਸਟੇਟ, ਇਨਸਾਫ ਦੇਣ ਵਾਲੀ ਸਟੇਟ, ਅਦਾਲਤਾਂ ਦੇ ਵਿੱਚ ਲੋਕਾਂ ਲਈ ਲੜਨ ਵਾਲੀ ਸਟੇਟ ਅੱਜ ਕਟਹਿਰੇ 'ਚ ਖੜੀ ਆ। ਇਹ ਤੇ ਟਿੱਪਣੀ ਦਿਓ, ਲੇਕਿਨ ਇਹ ਜ਼ਰੂਰ ਧਿਆਨ 'ਚ ਰੱਖਿਓ ਕਿ ਅਸੀਂ ਮਾਣਯੋਗ ਅਦਾਲਤਾਂ ਦੇ ਜਿੰਨੇ ਵੀ ਫੈਸਲੇ ਆ ਉਹਨਾਂ ਤੋਂ ਪਰੇ ਨਹੀਂ। ਉਹ ਸਭ ਮੰਨਣਯੋਗ ਹੁੰਦੇ ਆ, ਵਿਅਕਤੀ ਵਿਸ਼ੇਸ਼ ਕਦੇ ਵੀ ਵੱਡੇ ਨਹੀਂ ਹੁੰਦੇ। ਲੇਕਿਨ ਸੁਮੇਧ ਸਿੰਘ ਸੈਣੀ ਨੂੰ ਸਾਰੇ ਹੀ ਕੇਸਾਂ ਦੇ ਵਿੱਚੋਂ ਰਾਹਤ ਮਿਲ ਜਾਣ ਦਾ ਮਤਲਬ ਇਹ ਵੀ ਆ ਕਿ ਪੰਜਾਬ ਸਰਕਾਰ ਉੱਥੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਆਪਣੀ ਗੱਲ ਰੱਖਣ 'ਚ, ਕਿਉਂਕਿ ਉਹਨਾਂ ਕੇਸ ਕੀਤੇ ਸੀ, ਪੰਜਾਬ ਸਰਕਾਰ ਆਪਣੀ ਗੱਲ ਰੱਖਣ ਦੇ ਵਿੱਚ ਨਾਕਾਮਯਾਬ ਹੋਈ ਆ, ਬਾਰ-ਬਾਰ ਨਾਕਾਮਯਾਬ ਹੋਈ ਆ। ਇਸ ਤੋਂ ਪਹਿਲਾਂ ਵੀ SIT ਖਾਰਜ ਕੀਤੀ ਗਈ ਆ। ਇਸ ਤੋਂ ਪਹਿਲਾਂ ਹੋਰ ਕੇਸ, ਮੈਨੂੰ ਇੰਝ ਲੱਗਦਾ ਜਿਹੜੇ ਕੇਸ ਇਹਨਾਂ ਚੀਜ਼ਾਂ ਨਾਲ ਜੁੜੇ ਆ ਉਹਨਾਂ ਦੀ ਕੋਈ ਹੁਣ ਜਿਨ੍ਹਾਂ ਦੀ ਰੈਲੇਵੈਂਸੀ ਕੁਝ ਨਹੀਂ ਰਹਿ ਗਈ। ਮੈਨੂੰ ਦੱਸਿਓ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਹਾਲਤ ਕਿਹੋ ਜਿਹੀ ਹੈ। ਸਭ ਤੋਂ ਪਹਿਲੇ ਤੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਅਦਾਲਤ ਦੇ ਜਿਹੜੇ ਵੀ ਫੈਸਲੇ ਹੁੰਦੇ ਨੇ ਉਹਦੇ ਉੱਤੇ ਆਪਾਂ ਕੋਈ ਬਹੁਤੀ ਟਿੱਪਣੀ ਨਹੀਂ ਕਰ ਸਕਦੇ, ਔਰ ਉਹਨਾਂ ਫੈਸਲਿਆਂ ਨੂੰ ਅਸੀਂ ਬੜੇ ਆਦਰ ਨਾਲ, ਬੜੇ ਸਤਿਕਾਰ ਨਾਲ ਮੰਨਦੇ ਹਾਂ। ਪਰ ਜਿਹੜੇ ਫੈਸਲੇ ਹੁੰਦੇ ਨੇ ਉਹ ਕਿਸ ਤਰਫ ਜਾ ਰਹੇ ਨੇ, ਇਸ ਬਾਰੇ 'ਚ ਅਸੀਂ ਜ਼ਰੂਰ ਡਿਸਕਸ਼ਨ ਕਰ ਸਕਦੇ ਹਾਂ। ਹੁਣ ਤੁਸੀਂ ਪੰਜਾਬ ਸਰਕਾਰ ਦੇ ਜਿੰਨੇ ਵੱਡੇ ਕੇਸ ਸੀਗੇ ਜਦ ਤੋਂ ਇਹ ਸਰਕਾਰ ਬਣੀ ਹੈ, ਖਾਸ ਕਰਕੇ 2017 ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ, ਤੁਸੀਂ ਇਹ ਦੇਖੋ ਕਿ ਕਿਹੜੇ ਇੱਦਾਂ ਦੇ ਕੇਸ ਹੈਗੇ ਹੈ ਜਿਹੜੇ ਅਸੀਂ ਪੰਜਾਬ ਦੇ ਹਿੱਤਾਂ ਵਿੱਚ ਕੋਰਟਾਂ ਦੇ ਵਿੱਚ ਜਿੱਤੇ ਨੇ। ਭਾਵੇਂ ਉਹ SYL ਦਾ ਮੁੱਦਾ ਹੋਏ, ਉੱਥੇ ਸਾਡੀ ਕਿਰਕਰੀ ਹੋਈ, ਹਰਿਆਣਾ ਅੱਗੇ ਰਿਹਾ। ਉਸ ਤੋਂ ਬਾਅਦ PPA ਐਗਰੀਮੈਂਟ ਦੇ ਉੱਤੇ ਵੀ ਹਮੇਸ਼ਾ ਇੱਕੋ ਹੀ ਟਿੱਪਣੀ ਆਈ ਕਿ ਕਿਸੇ ਵੀ ਤਰੀਕੇ ਨਾਲ, ਲੀਗਲ ਤਰੀਕੇ ਨਾਲ ਅਸੀਂ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ। ਜੇ ਕਿਤੇ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ ਤੇ ਖਮਿਆਜ਼ਾ ਸੂਬੇ ਦੀ ਸਰਕਾਰ ਨੂੰ ਬੜਾ ਵੱਡਾ ਭੁਗਤਣਾ ਪੈਣਾ। ਫਿਰ ਉਸ ਗੱਲ ਦੇ ਉੱਤੇ ਲੀਗਲ ਡਿਪਾਰਟਮੈਂਟ ਚੁੱਪ ਰਹਿੰਦਾ ਹੈ ਕਿ ਅਗਰ ਇਹਨੂੰ ਅਸੀਂ ਖਾਰਿਜ ਕਰਦੇ ਹਾਂ ਜਾਂ ਇਹਨਾਂ ਨੂੰ ਸਾਈਨ ਕਰਨ ਵਾਲਿਆਂ ਦਾ ਅਗਰ ਪੰਜਾਬ ਦੇ ਹਿੱਤਾਂ ਨੂੰ ਤਾਕ ਤੇ ਰੱਖ ਕੇ ਕੀਤੇ ਗਏ ਸੀ ਤੇ ਉਹ ਅਫਸਰ ਜਿਨ੍ਹਾਂ ਨੇ ਉਹਦੀ ਡਰਾਫਟਿੰਗ ਕੀਤੀ ਸੀ, ਜਿਨ੍ਹਾਂ ਨੇ ਉਹਦੇ ਉੱਤੇ ਸਾਈਨ ਕੀਤੇ ਸੀ, ਜਾਂ ਉਹ ਪਾਵਰ ਮਿਨਿਸਟਰ ਜਿਨ੍ਹਾਂ ਦੇ ਕਾਰਿਆਕਾਲ ਦੇ ਵਿੱਚ ਇੱਦਾਂ ਦੇ ਫਾਲਟੀ ਐਗਰੀਮੈਂਟ ਸਾਈਨ ਹੋਏ ਸੀ, ਉਹਨਾਂ ਦੇ ਖਿਲਾਫ ਕਾਰਵਾਈ ਕੀ ਹੋਈ, ਇਸ ਮਾਮਲੇ ਦੇ ਉੱਤੇ ਵੀ ਲੀਗਲ ਡਿਪਾਰਟਮੈਂਟ ਬਿਲਕੁਲ ਚੁੱਪ ਰਹਿੰਦਾ ਹੈ। ਉਸ ਤੋਂ ਬਾਅਦ ਬੇਅਦਬੀਆਂ ਦੇ ਮੁੱਦੇ ਤੇ, ਖਾਸ ਕਰਕੇ ਗੋਲੀकांड ਦੇ ਮੁੱਦੇ ਤੇ, ਬਹਿਬਲ ਕਲਾਂ ਔਰ ਕੋਟ ਕਪੂਰਾ ਦੇ ਵਿੱਚ ਗੋਲੀ ਜਿਹੜੀ ਚੱਲੀ ਸੀਗੀ, ਉਸ ਮੁੱਦੇ ਦੇ ਉੱਤੇ SIT ਦੀ ਰਿਪੋਰਟ ਬਿਲਕੁਲ ਉਡਾ ਦਿੱਤੀ ਜਾਂਦੀ ਹੈ। ਔਰ ਉਹ ਇੱਕ ਰੱਦ ਕਰਕੇ ਹਾਈ ਕੋਰਟ ਨੇ ਇੱਕ ਸਖਤ ਫੈਸਲਾ ਦਿੰਦੇ ਹੋਏ ਇੱਥੇ ਤੱਕ ਕਹਿਤਾ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤਾ ਕੋਈ ਦਮ ਨਹੀਂ ਸੀਗਾ ਤੇ ਉਹਨਾਂ ਨੂੰ ਜਿਹੜੀ ਅਗਲੀ SIT ਬਣਾਈ ਜਾਏਗੀ ਉਹਦੇ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਨਾ ਇਨਕਲੂਡ ਕੀਤਾ ਜਾਏ। ਹੁਣ ਗੱਲ ਸੈਣੀ ਸਾਹਿਬ ਦੇ ਕੇਸ ਦੀ ਆਉਂਦੀ ਹੈ। ਕੱਲ ਜਿਹੜਾ ਫੈਸਲਾ ਸੈਣੀ ਸਾਹਿਬ ਦੇ ਕੇਸ ਦੇ ਵਿੱਚ ਆਇਆ, ਉਹਦੇ ਵਿੱਚ ਅਗਲੇ 2022 ਦੇ ਇਲੈਕਸ਼ਨ ਤੱਕ ਬਲੈਂਕਟ ਬੇਲ, ਯਾਨੀ ਉਹ ਜਿਹੜੇ ਕੇਸ FIR 13 ਦੀ ਗੱਲ ਹੋਏ, FIR 11 ਦੀ ਗੱਲ ਹੋਏ, ਉਹਨਾਂ ਸਾਰਿਆਂ ਕੇਸਾਂ ਦੇ ਵਿੱਚ ਬਲੈਂਕਟ ਬੇਲ ਮਿਲ ਜਾਂਦੀ ਹੈ। ਇੱਥੇ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਨਵੈਸਟੀਗੇਸ਼ਨ ਅੱਗੇ ਨਹੀਂ ਤੁਰਦੀ। ਸਿਰਫ ਮੁਲਤਾਨੀ ਉਹਨਾਂ ਦਾ ਜਿਹੜੇ ਮਰਡਰ ਕੇਸ ਸੀਗਾ, ਸੁਸਾਈਡ ਕੇਸ ਸੀਗਾ ਜਾਂ ਜੋ ਵੀ ਸੀਗਾ, ਉਸ ਕੇਸ ਨੂੰ ਛੱਡ ਕੇ ਬਾਕੀ ਸਾਰੇ ਕੇਸਾਂ ਦੇ ਵਿੱਚ ਉਹਨਾਂ ਨੂੰ ਬਲੈਂਕਟ ਬੇਲ ਮਿਲ ਜਾਂਦੀ ਹੈ। ਚਲੋ, ਬੇਲ ਮਿਲਣਾ, ਕੋਰਟਾਂ ਦਾ ਬੇਲ ਦੇਣਾ, ਉਹ ਕੋਰਟਾਂ ਦਾ ਹੱਕ ਹੈਗਾ, ਔਰ ਪਟੀਸ਼ਨਰ ਦਾ ਬੇਲ ਮਿਲਣ 'ਤੇ ਖੁਸ਼ ਹੋਣਾ ਵੀ ਉਹਨਾਂ ਦਾ ਹੱਕ ਹੈਗਾ। ਇਸ ਖਬਰ ਨੂੰ ਹਰ ਜਗ੍ਹਾ ਪ੍ਰਕਾਸ਼ਿਤ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ DGP ਸੈਣੀ ਨੂੰ ਇੱਕ ਵੱਡੀ ਰਾਹਤ। ਦੂਜੇ ਪਾਸੇ ਉਸੀ ਜਜਮੈਂਟ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕੇਸ ਦੇ ਵਿੱਚ ਲੱਗਦਾ ਹੈ ਕਿ ਕੁਝ ਸਿਆਸੀ ਮਨਸ਼ਾਵਾਂ ਹੈ, ਯਾਨੀ ਸਰਕਾਰ ਦੇ ਉੱਤੇ ਸਿੱਧਾ ਇਹ ਐਲੀਗੇਸ਼ਨ ਨਹੀਂ, ਬਲਕਿ ਇਹ ਗੱਲ ਸਿੱਧੇ ਤੌਰ ਤੇ ਕਹੀ ਜਾਂਦੀ ਹੈ ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਸਿਆਸੀ ਮਨਸ਼ਾ ਜ਼ਾਹਿਰ ਹੁੰਦੀ ਹੈ। ਤੇ ਇਸ ਕਰਕੇ ਉਮੀਦ ਕਰਨੇ ਆ ਕਿ ਇਹ ਜਿਹੜੇ ਕੇਸ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ 2022 ਤੱਕ ਨਾ ਇਨਵੈਸਟੀਗੇਸ਼ਨ ਕੀਤੀ ਜਾਏ ਔਰ ਨਾ ਹੀ ਇਹਨਾਂ ਦੀ ਕੋਈ ਸੁਣਵਾਈ ਹੋਏ, ਔਰ ਕੋਈ ਵੀ ਨਵਾਂ ਕੇਸ ਅਗਰ ਪੰਜਾਬ ਸਰਕਾਰ ਜਾਂ ਪੁਲਿਸ ਡਿਪਾਰਟਮੈਂਟ ਫਾਰਮਰ DGP ਸੈਣੀ ਸਾਹਿਬ ਦੇ ਖਿਲਾਫ ਕਰਦੇ ਨੇ ਤਾਂ ਉਹ ਵੀ ਰਜਿਸਟਰਡ ਨਹੀਂ ਹੋ ਸਕਦੇ, ਪਰ ਅਗਰ ਰਜਿਸਟਰ ਹੁੰਦੇ ਵੀ ਹੈ ਤਾਂ ਕਿਸੇ ਵੀ ਕੇਸ ਦੇ ਵਿੱਚ ਅਰੈਸਟ ਨਹੀਂ ਹੋ ਸਕਦੀ। ਸਰਕਾਰ ਦੇ ਉੱਤੇ ਇੰਨਾ ਵੱਡਾ ਐਲੀਗੇਸ਼ਨ, ਉਹ ਵੀ ਹਾਈ ਕੋਰਟ ਦੀ ਦੁਆਰਾ ਲੱਗਣਾ, ਸਰਕਾਰ ਦਾ ਉਹਦੇ ਬਾਅਦ ਚੁੱਪ ਰਹਿਣਾ। ਸਰਕਾਰ ਨੇ ਹਜੇ ਤੱਕ ਕੋਈ ਰਿਐਕਸ਼ਨ ਨਹੀਂ ਦਿੱਤਾ ਹੈ। ਜਜਮੈਂਟ ਆਏ ਤਕਰੀਬਨ 1 ਦਿਨ ਤੋਂ ਵੱਧ ਹੋ ਗਿਆ ਹੈ। ਸਰਕਾਰ ਦੀ ਸਿਆਸੀ ਮਨਸ਼ਾ ਸੀ
ਜਾਂ ਨਹੀਂ ਸੀ, ਘੱਟ ਤੋਂ ਘੱਟ ਇਸ ਮੁੱਦੇ ਤੇ ਸਰਕਾਰ ਦਾ ਰਿਐਕਸ਼ਨ ਆਉਣਾ ਚਾਹੀਦਾ ਸੀਗਾ। ਲੀਗਲ ਡਿਪਾਰਟਮੈਂਟ ਜਿਹਦੇ ਸਾਡੇ ਐਡਵੋਕੇਟ ਜਨਰਲ ਅਤੁਲ ਨੰਦਾ ਹੁੰਦੇ ਆ, ਉਹ ਹੈਗੇ ਨੇ, ਉਹ ਵੀ ਕੁਝ ਕਹਿ ਸਕਦੇ ਸੀ ਕਿ ਇਸ ਟਿੱਪਣੀ ਤੋਂ ਸਰਕਾਰ ਨੂੰ ਜਾਂ ਲੀਗਲ ਡਿਪਾਰਟਮੈਂਟ ਨੂੰ ਸਖਤ ਇਤਰਾਜ਼ ਹੈ, ਜਾਂ ਉਸ ਦੇ ਵਾਸਤੇ ਰਿਵਿਊ ਪਟੀਸ਼ਨ, ਜਾਂ ਉਹਨੂੰ ਆਪਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਸੀ, ਜਾਂ ਡਬਲ ਬੈਂਚ ਦੇ ਵਿੱਚ ਚੈਲੰਜ ਕਰ ਸਕਦੇ ਸੀ। ਪਰ ਇੱਦਾਂ ਦਾ ਕੋਈ ਵੀ ਡਿਸੀਜ਼ਨ ਹਜੇ ਤੱਕ ਨਹੀਂ ਲਿਆ। ਇਹ ਮੰਨਿਆ ਜਾਏ ਕਿ ਸਰਕਾਰ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਉਹਦੇ ਪਿੱਛੇ ਸਿਆਸੀ ਮਨਸ਼ਾ ਸੀਗੀ। ਜੇ ਸਿਰਫ ਇਹ ਕੇਸ ਡੀਜੀਪੀ ਸੈਣੀ ਉਹਨਾਂ ਤੋਂ ਰਿਲੇਟਡ ਨਹੀਂ ਹੈ ਕਿ ਅਗਰ ਗੋਲੀकांड ਦੇ ਮੁੱਦੇ ਤੇ ਇੱਕ ਬਲੈਂਕਟ ਬੇਲ ਉਹਨਾਂ ਨੂੰ ਮਿਲ ਜਾਂਦੀ ਹੈ, ਤੇ ਇਹ ਬਲੈਂਕਟ ਬੇਲ ਤੁਸੀਂ ਇਨਵੈਸਟੀਗੇਸ਼ਨ ਦੀ ਸੂਈ ਬਾਦਲਾਂ ਵੱਲ ਲੈ ਕੇ ਜਾਣਾ ਚਾਹੁੰਦੇ ਸੀ, ਇਹ ਬੇਲ ਉਹਨਾਂ ਵਾਸਤੇ ਵੀ ਸਮਝੋ ਹੋ ਗਈ। ਉਸ ਤੋਂ ਇਲਾਵਾ ਡੇਰਾ ਮੁਖੀ ਦੀ ਤਰਫ ਵੀ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ ਜਾਣ ਦੀ ਗੱਲ ਹੁੰਦੀ ਸੀ, ਇੱਕ ਤਰੀਕੇ ਨਾਲ ਇਹ ਰਾਹਤ ਉਹਨਾਂ ਨੂੰ ਵੀ ਮਿਲ ਗਈ, ਕਿਉਂਕਿ ਜਦ ਪੂਰੇ ਕੇਸ ਦੇ ਵਿੱਚ ਹੀ ਹਾਈ ਕੋਰਟ ਇਹ ਮੰਨਦਾ ਹੈ ਕਿ ਸਿਆਸੀ ਮਨਸ਼ਾਵਾਂ ਹੈਗੀਆਂ, ਸਿਆਸੀ ਕੌਨਸਪੀਰੇਸੀ ਹੈਗੀ ਹੈ, ਤੇ ਫਿਰ ਸਾਰੀ ਇਨਵੈਸਟੀਗੇਸ਼ਨ ਦੇ ਉੱਤੇ ਹੀ ਇੱਕ ਪ੍ਰਸ਼ਨ ਚਿੰਨ੍ਹ ਲੱਗਦਾ ਹੈ, ਜੋ ਸਰਕਾਰ ਵਾਸਤੇ ਬੜੀ ਮਾੜੀ ਗੱਲ ਹੈਗੀ ਹੈ। ਔਰ ਸਰਕਾਰ ਦਾ ਉਹਦੇ ਉੱਤੇ ਰਿਐਕਟ ਨਾ ਕਰਨਾ, ਇਹ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ। ਭਾਸਕਰ ਸਾਹਿਬ, ਗੱਲ ਜਵਾਬਦੇਹੀ ਦੀ ਹੈ, ਅਕਾਊਂਟੇਬਿਲਟੀ ਦੀ ਆ, ਕਿ ਆਖਰ ਕੋਈ ਵੀ ਜਿਹੜਾ ਵੱਡੀਆਂ ਪੋਸਟਾਂ, ਬਹੁਤ ਵੱਡੇ ਅਹੁਦੇ ਗ੍ਰਹਿਣ ਕਰਕੇ ਬੈਠਾ ਹੈ, ਤੇ ਉਹ ਸਾਰਾ ਪੈਸਾ ਜਿਹੜਾ ਤਨਖਾਹਾਂ ਦੇ ਰੂਪ 'ਚ, ਸਹੂਲਤਾਂ ਦੇ ਰੂਪ 'ਚ ਦਿੱਤਾ ਜਾਂਦਾ, ਉਹ ਪਬਲਿਕ ਦਾ ਪੈਸਾ। ਜੇ ਪਬਲਿਕ ਦੇ ਕੇਸਿਸ ਜਿਹੜੇ ਆ, ਸਟੇਟ ਦਾ ਮਤਲਬ ਹੈ ਉੱਥੋਂ ਦੀ ਜਨਤਾ, ਚੁਣਨ ਵਾਲੇ ਲੋਕ, ਜੇਕਰ ਉਹ ਨਹੀਂ ਕੰਮ ਢੰਗ ਨਾਲ ਹੋ ਰਿਹਾ ਤਾਂ ਜਵਾਬਦੇਹੀ ਕਿਹਦੀ ਆ, ਕਿੰਨੇ ਕਰਨੀ ਆ, ਕੀ ਸਿਸਟਮ ਆ, ਇਹ ਸਾਰੇ ਦੇ ਉੱਤੇ ਪ੍ਰਸ਼ਨ ਉੱਠਣੇ ਬੜੇ ਜ਼ਰੂਰੀ ਆ। ਨੋ ਡਾਊਟ ਕੋਈ ਐਡਵੋਕੇਟ ਜਨਰਲ ਜਾਂ ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਇਹਦੇ ਖਿਲਾਫ ਡਬਲ ਬੈਂਚ ਕੋਲ ਜਾਵਾਂਗੇ, ਅਸੀਂ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਕੋਲ ਜਾਵਾਂਗੇ, ਇਹ ਤਾਂ ਇੱਕ ਰੂਟੀਨ ਕਾਰਵਾਈ ਹੈ। ਲੇਕਿਨ ਇਹ ਦੇਖਣਾ ਹੋਊਗਾ ਕਿ ਉਸ ਤੋਂ ਪਹਿਲਾਂ ਅਸੀਂ ਕਿੰਨੀ ਕੁ ਐਡਵੋਕੇਸੀ ਕਰਨ 'ਚ ਕਾਮਯਾਬ ਹੋਏ, ਅਸੀਂ ਆਪਣੇ ਕੇਸ ਕਿੰਨੀ ਕੁ ਸੰਜੀਦਗੀ ਨਾਲ ਲੜੇ ਨੇ ਅਦਾਲਤਾਂ 'ਚ, ਔਰ ਇਹ ਇੱਕ ਸਿਲਸਿਲਾ ਹੀ ਬਣ ਜੇ ਬਾਰ-ਬਾਰ ਕੇਸਾਂ ਦੇ ਹਰਨ ਦਾ, ਤਾਂ ਕੁਦਰਤੀ ਆ ਜਿਹੜੇ ਪੋਲੀਟੀਸ਼ੀਅਨ ਸਵਾਲ ਉਠਾਉਂਦੇ ਰਹੇ ਆ, ਉਹਨਾਂ ਦੇ ਸਵਾਲ ਜਾਇਜ਼ ਲੱਗਣ ਲੱਗਦੇ ਆ। ਲੇਕਿਨ ਇਹਦੇ ਨਾਲ ਜੁੜਿਆ ਇੱਕ ਦੂਜਾ ਵੱਡਾ ਸਵਾਲ ਆ ਕਿ ਢੀਠਤਾਈ ਪੋਲੀਟੀਸ਼ੀਅਨਸ ਦੀ ਵੀ ਉਨੀ ਹੀ ਨਾਲ ਖੜੀ ਹੈ। ਜੇਕਰ ਤੁਸੀਂ ਸ਼ੁਰੂ ਤੋਂ ਦੇਖੋ, ਵਿਦਿਨ ਦਾ ਪਾਰਟੀ, ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਬਾਕੀ ਮੰਤਰੀਆਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਤੋਂ ਲੈ ਕੇ, ਇੱਕ ਦੂਜੇ ਤੇ ਜਿਹੜੀ ਇਲਜ਼ਾਮ ਤਰਾਸ਼ੀ ਹੁੰਦੀ ਹੈ, ਇੱਕ ਦੂਜੇ ਤੇ ਜਿਹੜੀ ਇਲਜ਼ਾਮ, ਕਿਉਂਕਿ ਵਿਰੋਧੀਆਂ ਦਾ ਤਾਂ ਕਹਿਣਾ ਹੁੰਦਾ, ਲੇਕਿਨ ਜਦੋਂ ਅੰਦਰੋਂ ਇਲਜ਼ਾਮ ਤਰਾਸ਼ੀ ਹੁੰਦੀ ਆ, ਉਹਨਾਂ ਨੂੰ ਪਟੀਸ਼ਨਰ ਉਹੀ ਪਲੀ ਲੈਂਦੇ ਆ ਕਿ ਦੇਖੋ ਨਾ ਜੀ, ਤੁਸੀਂ ਫਲਾਣੀ ਸਟੇਟਮੈਂਟ ਹੈ, ਸੂਮੋਟੋ ਵੀ ਲਿਆ ਜਾਂਦਾ, ਅਖਬਾਰਾਂ 'ਚ ਛਪਦੀਆਂ ਖਬਰਾਂ ਵੀ ਕਿਹੜੇ ਜੱਜ ਕਿਹੜੇ ਕਿਤੇ ਬਾਹਰ ਤੋਂ ਆਉਂਦੇ ਆ, ਉਹ ਵੀ ਸਾਡੇ ਮੁਆਸ਼ਰੇ ਦਾ ਹਿੱਸਾ ਹੈ। ਜੋ ਕੁਝ ਵਾਪਰਿਆ ਹੁੰਦਾ ਉਹਦਾ ਪ੍ਰਭਾਵ ਇਹੀ ਜਾਂਦਾ। ਅਸੀਂ ਕਹਿੰਦੇ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਓ, ਫਲਾਣਾ ਫੜਿਆ ਕਿਉਂ ਨਹੀਂ ਗਿਆ। ਮਤਲਬ ਜਿਹੜਾ ਕੰਮ ਨਿਆਇਕ ਪ੍ਰਕਿਰਿਆ 'ਚ ਹੋਣਾ ਹੈ, ਜਿਹੜਾ ਕੁਦਰਤੀ ਕਾਨੂੰਨਨ ਹੋਣਾ ਹੈ, ਉਹ ਜਦੋਂ ਅਸੀਂ ਆਪਣੀਆਂ ਸਟੇਟਮੈਂਟਾਂ 'ਚ ਕਰਦੇ ਹਾਂ, ਉਹਨਾਂ ਨੂੰ ਫਿਰ ਅਦਾਲਤਾਂ ਦੇ ਕਾਨੂੰਨੀ ਪ੍ਰਕਿਰਿਆਵਾਂ ਦਾ ਹਿੱਸਾ ਬਣਾ ਲਿਆ ਜਾਂਦਾ, ਉਹਨਾਂ ਨੂੰ ਆਧਾਰ ਬਣਾ ਲਿਆ ਜਾਂਦਾ, ਜ਼ਮਾਨਤਾਂ ਤੋਂ ਲੈ ਕੇ ਹਰ ਚੀਜ਼ ਬੜੀ ਆਸਾਨ ਹੋ ਜਾਂਦੀ ਹੈ। ਸੋ ਮੈਨੂੰ ਇੰਜ ਲੱਗਦਾ ਹੈ ਕਿ ਸਾਡੇ ਪੋਲੀਟੀਸ਼ੀਅਨਸ ਨੇ ਆਪਣੇ ਹਿੱਤ ਸਾਧਣ ਲਈ ਕੰਮ ਕਰਨ ਦੀ ਬਜਾਏ ਕੰਮ ਨਾ ਕਰਕੇ ਉਹਨਾਂ ਨੇ ਸਟੇਟਮੈਂਟਾਂ ਜਾਰੀ ਕੀਤੀਆਂ, ਜਿਹੜੀਆਂ ਬੜੇ ਵੱਡੇ ਆਧਾਰ ਬਣ ਰਹੀਆਂ ਤੇ ਅੱਗੇ ਵੀ ਬਣਨਗੀਆਂ। ਜਿਹੜੇ ਸਭ ਤੋਂ ਅਹਿਮ ਮਸਲੇ ਆ, ਜਿਨ੍ਹਾਂ 'ਚ ਗੋਲੀकांड ਹੈ, ਬੇਅਦਬੀ ਮਾਮਲੇ ਆ, ਬੰਦਿਆਂ ਦਾ ਮਰਨਾ ਹੈ, ਬਹੁਤ ਸਾਰੇ ਹੋਰ ਮਸਲੇ ਆ, ਉਹਨਾਂ ਸਾਰਿਆਂ ਦਾ ਕੁਝ ਨਹੀਂ ਹੋ ਸਕਣਾ ਜੇ ਸਾਡੇ ਪੋਲੀਟੀਸ਼ੀਅਨਸ ਦੀ ਜ਼ੁਬਾਨ ਨੂੰ ਲਗਾਮ ਨਾ ਦਿੱਤੀ ਗਈ। ਔਰ ਇਹ ਸਾਰੇ ਦੇ ਸਾਰੇ ਕੇਸ ਸਿਆਸੀ ਬਦਲਾਖੋਰੀ ਦੇ ਹੋਣਗੇ। ਐਂਡ ਆਫ ਦਾ ਡੇ ਇਹ ਸਾਰੇ ਵੰਡੈਟਾ ਪੋਲਿਟਿਕਸ ਦੇ ਵਿੱਚ ਹੀ ਕੰਸੀਡਰ ਕੀਤੇ ਜਾਣਗੇ। ਅੱਜ ਦੀ ਸਥਿਤੀ 'ਚ ਜਿਸ ਤਰੀਕੇ ਦਾ ਸਾਡਾ ਵਾਤਾਵਰਨ ਹੈ, ਉਹਦੇ 'ਚ ਇਹੀ ਬੂ ਆਉਂਦੀ ਹੈ, ਉਹਦੇ ਵਿੱਚ ਇਹੀ ਸਮੈਲ ਆਉਂਦੀ ਹੈ ਕਿ ਜੋ ਵਾਪਰ ਰਿਹਾ ਉਹ ਇੱਕ ਦੂਜੇ ਦੇ ਵਿਰੋਧ ਕਰਕੇ। ਔਰ ਸੈਣੀ ਸਾਹਿਬ ਤਾਂ ਰਾਤ ਲੈ ਗਏ, ਕਿਉਂਕਿ ਆਧਾਰ ਵੀ ਇਹੀ ਦਿੱਤੇ ਹੋਣਗੇ। ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਕੀ ਨਹੀਂ, ਲੇਕਿਨ ਅਜੇ ਵੀ ਅਸੀਂ ਇਹ ਜਿਹੜੇ ਤੁਸੀਂ ਨਸ਼ੇ ਦੇ ਕੇਸ ਦੇਖ ਲਓ, ਅਸੀਂ ਕਹਿ ਦਿੰਦੇ ਹਾਂ ਜੀ ਅਸੀਂ ਇੰਨੇ ਫਲਾਣੇ ਬੰਦੇ ਨੂੰ ਫੜ ਕੇ ਅੰਦਰ ਦੇਣਾ ਜੀ, ਜਦੋਂ ਪੋਲੀਟੀਸ਼ੀਅਨ ਸਿੱਧਾ ਇਨਵੋਲਵ ਹੁੰਦਾ ਹੈ ਕਿ ਇਹਨੂੰ ਫੜ ਕੇ ਸਰਕਾਰ ਅੰਦਰ ਕਿਉਂ ਨਹੀਂ ਦਿੰਦੀ। ਲੇਕਿਨ ਇਹੀ ਉਹਨਾਂ ਲੋਕਾਂ ਲਈ ਆਧਾਰ ਵੀ ਬਣਦਾ ਹੈ ਕਿ ਇਹ ਦੇਖੋ ਜੀ, ਇਹ ਸਾਨੂੰ ਫੜ ਕੇ ਅੰਦਰ ਦੇਣ ਦੀਆਂ ਗੱਲਾਂ ਕਰ ਰਹੇ ਸੀ, ਸਾਨੂੰ ਫੜ ਕੇ ਅੰਦਰ ਦਿੱਤਾ ਜਾ ਸਕਦਾ, ਸਾਨੂੰ ਰਾਹਤ ਦਿੱਤੀ ਜਾਵੇ। ਸੋ ਕਈ ਵਾਰੀ ਜੈਨੂਨ ਕੇਸਿਸ ਵੀ ਸਿਆਸੀ ਬਦਲਾਖੋਰੀ 'ਚ ਬਦਲ ਜਾਂਦੇ ਆ ਤੇ ਸਮਾਜ ਇਨਸਾਫ ਲਈ ਤੜਪਦਾ ਰਹਿੰਦਾ। ਇਹ ਬੜੀ ਢੀਠਤਾਈ ਆ ਪੋਲੀਟੀਸ਼ੀਅਨਸ ਦੀ, ਸਮਝ ਨਹੀਂ ਆਉਂਦੀ ਕਿਸ ਮੁਆਸ਼ਰੇ 'ਚ, ਕਿਸ ਸਮਾਜ ਦੇ ਵਿੱਚ ਵਿਚਰ ਹੈ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇਹ ਦੇਖੋ ਕਿ ਜਿਹੜੇ ਸਾਡੇ ਐਡਵੋਕੇਟ ਜਨਰਲ ਅਤੁਲ ਨੰਦਾ ਹੋਣਾ ਹੈ, ਉਹਨਾਂ ਦੇ ਖਿਲਾਫ ਭਾਵੇਂ ਜਾਖੜ ਸਾਹਿਬ ਹੋਣ,
ਇਹ ਬਾਜਵਾ ਸਾਹਿਬ ਜਿਹੜੇ ਕੈਪਟਨ ਸਾਹਿਬ ਦੇ ਬਹੁਤ ਵਧੀਆ ਯਾਰ ਬਣ ਕੇ ਉੱਭਰੇ ਨੇ, ਇਹਨਾਂ ਨੇ ਵੀ ਕਈ ਵਾਰ ਇਹ ਲੈਟਰ ਲਿਖੇ ਨੇ ਕਿ ਅਤੁਲ ਨੰਦਾ ਉਹਨਾਂ ਨੂੰ ਹਟਾ ਦਿੱਤਾ ਜਾਏ। ਔਰ ਉਹਨਾਂ ਨੂੰ ਹਟਾਉਣ ਦਾ ਕਾਰਨ ਇੱਥੇ ਤੱਕ ਕਿ ਜਾਖੜ ਉਹਨਾਂ ਨੇ ਤੇ ਇਹ ਤੱਕ ਕਹਿ ਦਿੱਤਾ ਸੀਗਾ ਕਿ ਅਤੁਲ ਨੰਦਾ ਹੋਣਾ ਜਾਂ ਸਰਕਾਰ ਹੈ ਦੱਸੇ ਕਿ ਕਿਹੜੇ ਕੇਸ ਦੇ ਵਿੱਚ ਇਹਨਾਂ ਨੇ ਵਧੀਆ ਕੰਮ ਕੀਤਾ ਹੈ। ਇੱਕ ਵੀ ਕੇਸ ਜਿਹੜਾ ਪੰਜਾਬ ਦੇ ਹਿੱਤਾਂ ਦੇ ਵਿੱਚ ਉਹਨਾਂ ਨੇ ਜਿੱਤਿਆ ਹੋਏ ਉਹਦਾ ਨਾਂ ਲੱਸੇ, ਲੇਕਿਨ ਉਸ ਤੋਂ ਬਾਵਜੂਦ ਵੀ ਅਤੁਲ ਨੰਦਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਔਰ ਅਸੀਂ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸ ਅਦਾਲਤਾਂ ਦੇ ਵਿੱਚ ਹਾਰਦੇ ਜਾਂਦੇ। ਔਰ ਅਦਾਲਤ ਦੇ ਵਿੱਚ ਸਿਰਫ ਕੇਸ ਹੀ ਨਹੀਂ ਹਾਰਦੇ, ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇੱਦਾਂ ਦੀ ਟਿੱਪਣੀਆਂ ਹੁੰਦੀਆਂ ਜਿਹਦੇ ਵਿੱਚ ਸਰਕਾਰ ਦੀ ਛਵੀ ਖਰਾਬ ਹੁੰਦੀ ਹੈ, ਉਸ ਤੋਂ ਬਾਵਜੂਦ ਵੀ ਕੋਈ ਐਕਸ਼ਨ ਨਾ ਹੋਣਾ। ਚਲੋ ਅਸੀਂ ਅਤੁਲ ਨੰਦਾ ਉਹਨਾਂ ਦੇ ਖਿਲਾਫ ਨਹੀਂ ਹੈਗੇ, ਪਰ ਜੋ ਕੁਝ ਕੋਰਟਾਂ ਦੇ ਵਿੱਚ ਹੋ ਰਿਹਾ ਹੈ, ਜੋ ਕੁਝ ਕੋਰਟਾਂ ਦੇ ਵਿੱਚ ਪੰਜਾਬ ਸਰਕਾਰ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ, ਉਹਦੇ ਨਾਲ ਲੋਕਾਂ ਦੇ ਵਿੱਚ ਜ਼ਰੂਰ ਛਵੀ ਖਰਾਬ ਹੋ ਰਹੀ ਹੈ ਪੰਜਾਬ ਸਰਕਾਰ ਦੀ। ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ, ਜੋ ਕਿ ਹਜੇ ਤੱਕ ਗੰਭੀਰ ਕਿਸੇ ਜਗ੍ਹਾ ਨਜ਼ਰ ਨਹੀਂ ਆ ਰਹੀ। ਬਿਲਕੁਲ ਠੀਕ ਹੈ। ਉਹ ਤੁਹਾਨੂੰ ਯਾਦ ਹੋਣਾ ਜਦੋਂ ਪਿੱਛੇ ਵੀ ਸਮੇਤ ਸੈਣੀ ਨੂੰ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਜ਼ਮਾਨਤ ਮਿਲਦੀ ਹੈ ਤਾਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਕਿਹਾ ਸੀਗਾ, ਇਹ ਟਿੱਪਣੀਆਂ ਉਹਨਾਂ ਨੇ ਕੀਤੀਆਂ ਸੀ ਕਿ ਇਹ ਲੋਕ ਜਿਹੜੇ ਆ ਉਹਨਾਂ ਨੂੰ ਸਿੱਧਾ ਉਹਨਾਂ ਦੀ ਅਕਾਊਂਟੇਬਿਲਿਟੀ ਜਵਾਬਦੇਹੀ ਤੈਅ ਕੀਤੀ ਜਾਵੇ। ਉਦੋਂ ਉਹਨਾਂ ਨੇ ਇਹਨਾਂ ਨੂੰ ਅਹੁਦਿਆਂ ਤੋਂ ਵੱਖ ਕਰਨ ਲਈ ਵੀ ਮੰਗ ਕੀਤੀ ਸੀ। ਖੈਰ ਆਪਾਂ ਛੱਡਦੇ ਹਾਂ ਉਸ ਮਸਲੇ ਨੂੰ, ਸਰਕਾਰਾਂ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਹੈ, ਪਰ ਲੋਕਾਂ ਦੀਆਂ ਅੱਖਾਂ ਅਕਸਰ ਖੁੱਲੀਆਂ ਰਹਿੰਦੀਆਂ, ਪਤਾ ਹੁੰਦਾ ਹੈ ਕਿ ਕਿੱਥੇ ਕੀ ਹੋ ਰਿਹਾ। ਕਿੰਨੀ ਦੇਰ ਤੱਕ ਇਹ ਇਲਜ਼ਾਮ ਗਵਰਨਮੈਂਟ ਲੈ ਕੇ ਅੱਗੇ ਤੁਰਦੀ ਆ, ਲੇਕਿਨ ਜਿਹੜਾ ਕਰਨਾਲ ਦੇ ਵਿੱਚ ਕਿਸਾਨਾਂ ਦਾ ਸਥਾਨਕ ਪ੍ਰਸ਼ਾਸਨ ਨਾਲ ਸਮਝੌਤਾ ਹੋਇਆ, ਹਰਿਆਣੇ ਦੀ ਸਰਕਾਰ ਨਾਲ ਕੋਈ ਸਹਿਮਤੀ ਬਣੀ ਹੈ, ਉਹਦੇ ਤੇ ਜਾਂਦੇ ਜਾਂਦੇ ਟਿੱਪਣੀ ਕਰ ਜਿਓ। ਫਿਰ ਅੱਜ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਵੀ ਇੱਕ ਮੀਟਿੰਗ ਹੋ ਰਹੀ ਆ, ਕਾਂਗਰਸ ਨੇ ਵੀ ਕੱਲ ਦਾ ਕਿਸਾਨ ਜਥੇਬੰਦੀਆਂ ਦੇ ਫੈਸਲਿਆਂ ਤੇ ਮੱਥਾ ਪੱਚੀ ਕਰਨੀ ਹੈ। ਜਦੋਂ ਤੱਕ ਇਹਨਾਂ ਸੰਬੰਧੀ ਕੋਈ ਅਗਲੀ ਖਬਰ ਆਉਂਦੀ ਹੈ ਕਿ ਕਿਸਾਨ ਮੋਰਚੇ ਵੱਲੋਂ ਜੋ ਫੈਸਲੇ ਦਿੱਤੇ ਗਏ ਆ ਸਿਆਸੀ ਸਰਗਰਮੀਆਂ ਨੂੰ ਲੈ ਕੇ, ਉਹਦੇ ਉੱਤੇ ਸਿਆਸੀ ਜਮਾਤਾਂ ਦਾ ਕੀ ਰੁਖ ਹੈ, ਇਹਦੀ ਅੱਗੇ ਜਾ ਕੇ ਗੱਲ ਕਰ ਲਵਾਂਗੇ। ਮੈਨੂੰ ਜਾਂਦੇ ਜਾਂਦੇ ਕਰਨਾਲ ਵਾਲੇ ਮਾਮਲੇ 'ਚ ਰੌਸ਼ਨੀ ਪਾ ਦਿਓ। ਕਰਨਾਲ ਵਾਲੇ ਮਾਮਲੇ ਦੇ ਵਿੱਚ ਜਿੱਥੇ ਕਿਸਾਨਾਂ ਨੇ 3 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਹੋਇਆ ਸੀਗਾ, ਅੱਜ ਕਰੀਬ ਚੌਥੇ ਰਾਊਂਡ ਦੀ ਗੱਲ ਫਿਰ ਸਰਕਾਰੀ ਜਿਹੜੇ ਪ੍ਰਸ਼ਾਸਨ ਹੈਗਾ ਕਰਨਾਲ ਦਾ, ਉਹਨਾਂ ਨਾਲ ਗੱਲਬਾਤ ਹੋਈ। ਹਾਲਾਂਕਿ ਇਹਦੀ ਪਿੱਚ ਤੇ ਕੱਲ ਹੀ ਸੈੱਟ ਹੋ ਗਈ ਸੀ, ਕਿਉਂਕਿ ਕੱਲ ਕਿਸਾਨਾਂ ਨੇ ਵੀ ਔਰ ਪ੍ਰਸ਼ਾਸਨ ਨੇ ਵੀ ਇਹ ਗੱਲ ਕਹੀ ਸੀ ਕਿ ਕੁਝ ਗੱਲਾਂ ਦੇ ਉੱਤੇ ਕਿਸਾਨਾਂ ਤੇ ਸਾਡੇ ਵਿੱਚ ਸਹਿਮਤੀ ਹੋ ਗਈ ਹੈ, ਔਰ ਕਿਸਾਨਾਂ ਨੇ ਵੀ ਇਹ ਗੱਲ ਕਲੇਮ ਕੀਤੀ ਸੀਗੀ। ਅੱਜ ਸਵੇਰੇ 9 ਵਜੇ ਮੀਟਿੰਗ ਸੀਗੀ। ਉਸ ਮੀਟਿੰਗ ਦੇ ਵਿੱਚ ਜਿਹੜਾ ਕਿਸਾਨ ਮਾਰਿਆ ਗਿਆ ਸੀਗਾ ਉਸ ਲਾਠੀ ਚਾਰਜ ਦੇ ਵਿੱਚ, ਉਹਦੇ 2 ਘਰ ਦੇ ਜੀਆਂ ਨੂੰ ਨੌਕਰੀ ਦੇਣ ਦੀ ਗੱਲ ਵੀ ਸਰਕਾਰ ਨੇ ਮੰਨ ਲਈ ਹੈ, ਯਾਨੀ ਪ੍ਰਸ਼ਾਸਨ ਨੇ ਮੰਨ ਲਈ ਹੈ। ਉਸ ਤੋਂ ਇਲਾਵਾ ਜਿਹੜੇ ਆਯੂਸ਼ ਸੀਨਾ ਸੀਗੇ, ਜਿਨ੍ਹਾਂ ਨੇ ਸਿਰ ਫੋੜਨ ਦੇ ਆਰਡਰ ਦਿੱਤੇ ਸੀਗੇ, ਉਹਨਾਂ ਨੂੰ 1 ਮਹੀਨੇ ਦੀ ਛੁੱਟੀ ਵਾਸਤੇ ਭੇਜਿਆ ਗਿਆ। ਹਾਈ ਕੋਰਟ ਦੇ ਰਿਟਾਇਰਡ ਜੱਜ ਉਹ ਉਸ ਇਨਵੈਸਟੀਗੇਸ਼ਨ ਨੂੰ ਉਹ ਆਪਣੀ ਸੁਪਰਵਿਜ਼ਨ ਦੇ ਵਿੱਚ ਕਰਨਗੇ, ਔਰ ਮਹੀਨੇ ਦੇ ਵਿੱਚ ਜਿਹੜੀ ਰਿਪੋਰਟ ਆਏਗੀ ਉਹ ਦੋਨੋਂ ਪੱਖਾਂ ਨੂੰ ਮਾਨਿਆ ਹੋਏਗੀ। ਉਸ ਤੋਂ ਇਲਾਵਾ ਕਿਸਾਨਾਂ ਦਾ ਇਹ ਫੈਸਲਾ ਜਾਂ ਕਿਸਾਨਾਂ ਦੀ ਇਸ ਕੰਪਰੋਮਾਈਜ਼ ਦੇ ਉੱਤੇ ਮੋਹਰ ਲਾਣਾ, ਉਹ ਵੀ ਕਿਸਾਨਾਂ ਨੇ ਅਨਾਉਂਸ ਕਰਤਾ ਕਿ ਬਸ ਸਾਨੂੰ ਇਹੀ ਚਾਹੀਦਾ ਸੀਗਾ, ਇਸ ਮੁੱਦੇ ਦੇ ਉੱਤੇ ਸਰਕਾਰ ਕੋਈ ਐਕਸ਼ਨ ਲਏ, ਉਹਦੀ ਤਿਆਰੀ ਪੂਰੀ। ਬਹੁਤ ਮਿਹਰਬਾਨੀ ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।